ਭੁੱਖਾ ਸ਼ੇਰ, ਹਲਕਾ ਹੋਇਆ ਸ਼ੇਰ ਜਾਂ ਕੋਈ ਹੋਰ ਜਾਨਵਰ ਜਿਹੜਾ ਭੁੱਖਾ ਹੋਇਆ ਹੋਵੇ ਔਰ ਹਲਕਾ ਹੋਇਆ ਹੋਵੇ, ਉਹ ਭੁੱਖ ਦੇ ਡਰ ਤੋਂ, ਆਪਣੀ ਕਮਜ਼ੋਰੀ ਦੇ ਡਰ ਤੋਂ ਨਾਲ ਵਾਲੇ ਜਾਨਵਰਾਂ ਤੇ ਹਮਲਾ ਜ਼ਰੂਰ ਕਰਦਾ ਹੈ। ਉਹ ਉਹਨਾਂ ਕੋਲੋਂ ਖੋਹਣ ਦੀ ਕੋਸ਼ਿਸ਼ ਜ਼ਰੂਰ ਕਰਦਾ, ਉਹਨਾਂ ਤੇ ਜ਼ਰੂਰ ਝਪਟਦਾ ਹੈ। ਇਹੀ ਹਾਲ ਅਮਰੀਕਾ ਦਾ ਤੇ ਇਸਰਾਈਲ ਦਾ ਹੈ। ਉਹ ਇਸ ਵਕਤ ਉਹਨਾਂ ਦੀ ਇਕੋਨਮੀ ਜਿਹੜੀ ਉਹ ਬਿਲਕੁਲ ਤਬਾਹੀ ਦੇ ਦਹਾਨੇ ਤੇ, ਔਰ ਉਹ ਹਲਕੇ ਹੋਏ ਨੇ, ਭੁੱਖੇ ਹੋਏ ਨੇ, ਔਰ ਜਾਂਦੇ ਜਾਂਦੇ ਕਦੀ ਉਹ ਵੈਨਸੂਏਲਾ ਤੇ ਹਮਲਾ ਕਰ ਦਿੰਦੇ ਨੇ, ਕਦੀ ਗ੍ਰੀਨਲੈਂਡ ਦੇ ਉਹਨੂੰ ਖੋਹਣ ਦੀ ਕੋਸ਼ਿਸ਼ ਕਰਦੇ ਨੇ। ਈਰਾਨ ਤੇ ਵੀ ਉਹਨਾਂ ਨੇ ਇੱਕ ਵਾਰੀ ਆਪਣਾ ਜ਼ੋਰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਏ। ਇਹ ਉਹਨਾਂ ਜਾਨਵਰਾਂ ਦੀ ਸਿਫਤ ਹੁੰਦੀ ਹੈ। ਇਹ ਇਨਸਾਨ ਦੀ ਵੀ ਫਿਤਰਤ ਹੈ। ਜਦੋਂ ਇਨਸਾਨ ਭੁੱਖ ਦੇ ਕਰੀਬ ਔਰ ਗੁਰਬਤ ਦੇ ਕਰੀਬ ਔਰ ਇਕੋਨਮੀ ਜਦੋਂ ਤਬਾਹ ਹੁੰਦੀ ਹੈ, ਇਕੋਨਮੀ ਸਿਰਫ ਇਹਨਾਂ ਦੀ, ਹੁਣ ਦੇਖ ਲਓ ਈਰਾਨ ਦੀ ਜੰਗ ਤੋਂ ਬਾਅਦ ਜਾਂ ਇਸ ਤੋਂ ਪਹਿਲੇ ਵੀ ਤਕਰੀਬਨ ਇਸ ਦੁਨੀਆ ਦੇ ਵਿੱਚ 153 ਮੁਲਕ ਜਾਂ 159 ਮੁਲਕ ਨੇ ਇਸ ਪਲਾਨਟ ਦੇ ਉੱਤੇ। ਉਹਦੇ ਵਿੱਚੋਂ ਤਕਰੀਬਨ 40 ਤੋਂ ਲੈ ਕੇ 53 ਮੁਲਕ ਜਿਹੜੇ ਨੇ ਉਹ ਆਪਣਾ ਜਿਹੜਾ ਤਜਾਰਤੀ ਲੈਣ ਦੇ ਨੇ ਉਹ ਅਮਰੀਕਾ ਦੇ ਨਾਲ ਕੈਂਸਲ ਕਰਨ ਦੇ ਚੱਕਰਾਂ 'ਚ ਨੇ। ਔਰ ਅਮਰੀਕਾ ਦੇ ਨਾਲ ਕੈਂਸਲ ਕਰਨ ਦਾ ਮਤਲਬ ਇਹ ਵੇ ਕਿ ਮੈਂ ਤੁਹਾਨੂੰ ਸਮਝਾਉਣਾ, ਅਗਰ ਕੋਈ ਵੀ ਬੰਦਾ ਹੁਣ ਕੌਫੀ ਖਰੀਦਦਾ ਹੈ ਪੂਰੀ ਦੁਨੀਆ ਦੇ ਵਿੱਚ ਤਕਰੀਬਨ, ਜਾਂ ਗਰੋਸਰੀ ਲੈਣ ਜਾਂਦਾ ਜਾਂ ਕੋਈ ਵੀ ਚੀਜ਼ ਖਰੀਦਦਾ, ਉਹਦਾ ਸਵਿਫਟ ਬੈਂਕ ਸਵਿਫਟ ਦੇ ਜ਼ਰੀਏ ਉਹ ਜਿਹੜੀ ਲੈਣ ਦੇਣ ਦਾ ਜਿਹੜਾ ਟੈਕਸਿਸ ਹੈ ਉਹ ਅਮਰੀਕਾ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਕਨੈਕਟ ਹੈ। ਇਹਦੇ ਬਾਰੇ 'ਚ ਇੱਕ ਬੜਾ ਵੱਡਾ ਮਜ਼ਮੂਨ ਹੈ ਜਿਹਦੇ ਵਾਸਤੇ ਸਮਝਾਉਣ ਵਾਸਤੇ, ਕਿਉਂਕਿ ਵੀਡੀਓ ਲੰਬੀ ਹੋ ਜਾਏਗੀ। ਲੇਕਿਨ ਜੋ ਚੀਜ਼ ਵੀ ਅਸੀਂ ਖਰੀਦਨੇ ਆ ਨਾ, ਉਹਦਾ ਟੈਕਸ ਇਹ ਅਮਰੀਕਨ ਬੈਂਕਾਂ ਦੇ ਕੋਲ ਜਾਂਦਾ ਔਰ ਪੈਸਾ ਸਾਰਾ ਉਹਨਾਂ ਨੂੰ ਮਸੂਲ ਹੁੰਦਾ। ਅੱਛਾ, ਇਹ ਤਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ। ਇਸ ਤੋਂ ਬਾਅਦ ਵੱਡੀਆਂ ਚੀਜ਼ਾਂ, ਜਿਹੜੇ ਵੱਡੇ ਕਾਰੋਬਾਰ, ਵੱਡੇ ਲੈਣ ਦੇਣ, ਇੰਡਸਟਰੀਆਂ, ਆਇਲ, ਤੇਲ, ਇਹਨਾਂ ਦੇ ਜਿਹੜੇ ਲੈਣ ਦੇਣ ਨੇ ਉਹ ਵੀ ਡਾਲਰਾਂ 'ਚ ਹੁੰਦਾ ਸੀ। ਔਰ ਡਾਲਰਾਂ 'ਚ ਦਾ ਮਤਲਬ ਇਹ ਵੇ ਕਿ ਸਾਰਾ ਮੁਨਾਫਾ, ਪ੍ਰੋਫਿਟ ਘਰ ਬਹਿ ਕੇ ਅਮਰੀਕਾ ਲੈ ਜਾਂਦਾ ਸੀ। ਹੁਣ ਦੁਨੀਆ ਉਹਦੇ 'ਚ ਸੋਚਣ 'ਤੇ ਮਜਬੂਰ ਹੋ ਗਈ ਹੈ ਕਿ ਤਕਰੀਬਨ 53 ਗਾਲਬਨ ਮੁਲਕ ਜਿਹੜੇ ਨੇ, ਉਹਦੇ ਵਿੱਚੋਂ ਏਸ਼ੀਆ ਦੇ ਵੱਡੇ ਵੱਡੇ ਮੁਲਕ, ਜਾਪਾਨ, ਚੀਨ ਤੇ ਪਹਿਲੇ ਹੀ ਸੀ, ਫਿਰ ਉਧਰੋਂ ਰਸ਼ੀਆ, ਆਪਣਾ ਤੁਰਕੀ, ਬ੍ਰਾਜ਼ੀਲ ਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਕਿ ਮੈਂ ਬਿਲਕੁਲ, ਉਹਨੇ ਬਜ਼ਾਬਤਾ ਤੌਰ 'ਤੇ ਐਲਾਨ ਕਰ ਦਿੱਤਾ। ਔਰ ਇਸ ਤਰ੍ਹਾਂ ਦੇ ਕਈ ਮੁਲਕ ਜਿਹੜੇ ਨੇ ਉਹ ਇਸ ਡੀਲ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਦਾ ਮਤਲਬ ਹੈ ਅਮਰੀਕਾ ਦੀ ਤਬਾਹੀ। ਜਦੋਂ ਸ਼ੇਰ ਕਿਸੇ ਗੁਆਂਢੀ ਆਪਣੇ ਜਾਨਵਰ ਦੇ ਕੋਲੋਂ ਹਾਰਦਾ ਹੈ, ਮੁਕਾਬਲੇ ਦੇ ਵਿੱਚ ਸ਼ਿਕਸਤ ਖਾਂਦਾ ਔਰ ਆਪਣੀ ਹਾਰ ਨੂੰ ਤਸਲੀਮ ਨਹੀਂ ਕਰ ਪਾਉਂਦਾ, ਉਸ ਹਾਰ ਨੂੰ ਜਦੋਂ ਹਾਰ ਕੇ ਉਹ ਵਾਪਸ ਜੰਗਲ ਨੂੰ ਜਾਂਦਾ ਨਾ, ਤੇ ਰਸਤੇ ਦੇ ਵਿੱਚ ਉਹ ਕਿਸੇ ਮਾੜੇ ਜਿਹੇ ਜਾਨਵਰ ਨੂੰ ਪੰਜਾ ਜ਼ਰੂਰ ਮਾਰਦਾ। ਉਹ ਇਹ ਹਾਲ ਇਸਰਾਇਲ ਨੇ ਔਰ ਅਮਰੀਕਾ ਨੇ ਲੈਬਨਾਨ ਦੇ ਨਾਲ ਕੀਤਾ। ਉਹ ਜਾਂਦਿਆਂ ਜਾਂਦਿਆਂ ਉਹਨਾਂ ਨੇ 100-150 ਜਗ੍ਹਾ ਤੇ ਹਮਲਾ ਕਰਕੇ ਆਪਣੀ ਉਸ ਹਾਰ ਨੂੰ ਜਿਹੜਾ ਉਹਨੂੰ ਹਜ਼ਮ ਕਰਨ ਦੀ ਕੋਸ਼ਿਸ਼ ਕੀਤੀ। ਜਾਂਦੀ ਜਾਂਦੀ ਵਾਰੀ ਉਹਨਾਂ ਨੇ ਲੈਬਨਾਨ ਤੇ ਹਮਲਾ ਕਰ ਦਿੱਤਾ ਔਰ ਲੋਕਾਂ ਨੂੰ ਸ਼ਾਇਦ ਦਿਖਾਉਣ ਦੀ, ਪੂਰੀ ਦੁਨੀਆ ਨੂੰ ਸ਼ਾਇਦ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਅਸੀਂ ਹਾਰੇ ਨਹੀਂ, ਹਾਲਾਂਕਿ ਤੁਸੀਂ ਹਾਰ ਚੁੱਕੇ ਹੋ। ਆਖਰ ਦੇ ਵਿੱਚ ਪਾਕਿਸਤਾਨ ਦੇ ਕੋਲ ਇਹ ਬਿਹਤਰੀਨ ਸੁਨਹਿਰੀ ਮੌਕਾ ਹੈ ਕਿ ਇਸ ਮੌਕੇ ਕੋਲ ਫਾਇਦਾ ਉਠਾਉਣ। ਔਰ ਹਕੂਮਤ ਨੇ ਜਿਹੜਾ ਸਾਰਾ ਖੁਸ਼ ਆਇੰਦ ਡਿਸੀਸ਼ਨ ਲਿਆ ਕਿ ਉਹਨਾਂ ਨੇ ਪ੍ਰਾਪਰਟੀ ਦਾ ਟੈਕਸ ਜਿਹੜਾ ਓਵਰਸੀਜ਼ ਵਾਸਤੇ ਉਹ ਬਿਲਕੁਲ ਹੀ ਹਟਾ ਦਿੱਤਾ। ਮੈਂ ਪਿੱਛੇ ਇਹਨਾਂ ਦੀ ਨੋਟੀਫਿਕੇਸ਼ਨ ਪੜ੍ਹ ਰਿਹਾ ਸੀ, ਉਹਦੇ ਵਿੱਚ ਜਿੰਨੇ 16 ਸੀ ਫਲਾਣੇ ਟੈਕਸ, 7%, ਫਾਈਲਰ, ਨੌਨ ਫਾਈਲਰ, ਇਹ ਸਾਰੇ ਟੈਕਸਿਸ ਹਟਾ ਕੇ ਬਿਲਕੁਲ ਹੁਣ ਚੰਦ ਹਜ਼ਾਰ ਟੈਕਸ ਜਿਹੜੇ ਨੇ ਉਹ ਪ੍ਰਾਪਰਟੀ 'ਤੇ ਰਹਿ ਗਏ ਨੇ। ਅਗਰ ਕੋਈ ਔਰ ਵੱਡੀ ਗੱਲ, ਪਾਕਿਸਤਾਨ ਜਿਹੜੀ ਸਾਰਿਆਂ ਨਾਲੋਂ ਵੱਡੀ ਖੁਸ਼ਖਬਰੀ ਦੀ ਗੱਲ ਇਹ ਵੇ ਕਿ ਪਾਕਿਸਤਾਨ ਨੇ ਇਹ ਵੀ ਤਹੀਆ ਕੀਤਾ ਹੈ, ਇਰਾਦਾ ਕੀਤਾ ਹੈ ਕਿ ਹੁਣ ਅਸੀਂ ਜੋ ਅਗਰ ਕੋਈ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰੇਗਾ, ਪ੍ਰਾਪਰਟੀ ਖਰੀਦੇਗਾ, ਅਸੀਂ ਉਹਦੇ ਕੋਲੋਂ ਇਹ ਨਹੀਂ ਪੁੱਛਾਂਗੇ ਕਿ ਤੂੰ ਇਹ ਪੈਸੇ ਕਿੱਥੋਂ ਲੈ ਕੇ ਆਇਆ, ਕਿੱਥੋਂ ਕਮਾਏ ਨੇ, ਕਿਵੇਂ ਹਾਸਲ ਕੀਤੇ ਨੇ, ਬਲਕਿ ਤੁਸੀਂ ਅੰਨਾ ਕੀ ਪੰਜਾਬੀ 'ਚ ਕਹਿੰਦੇ ਨੇ ਕਿ ਅੰਨ੍ਹੇਵਾਹ ਜਿੰਨਾ ਤੁਹਾਡਾ ਦਿਲ ਕਰਦਾ ਪ੍ਰਾਪਰਟੀ ਖਰੀਦੋ, ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਕਰੋ। ਔਰ ਇਹ ਬਿਹਤਰੀਨ ਇਸ ਮੌਕੇ ਤੋਂ ਫਾਇਦਾ ਉਠਾਇਆ ਜਿੱਥੇ ਦੁਬਈ ਦੀ, ਅਰਬ ਦੀ ਪ੍ਰਾਪਰਟੀਆਂ ਜਿਹੜੀਆਂ ਨੇ ਬਿਲਕੁਲ ਡਾਊਨਫਾਲ ਦੇ ਵਿੱਚ ਜਾ ਰਹੀਆਂ ਨੇ, ਉੱਥੇ ਹੁਣ ਪਾਕਿਸਤਾਨ ਦੀ ਪ੍ਰਾਪਰਟੀ ਨੂੰ ਬੂਮ ਆਏਗਾ। ਇਹ ਬਿਹਤਰੀਨ ਮੌਕਾ ਹੈ ਕਿ ਤੁਸੀਂ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਕਰੋ। ਇਹ ਪਾਕਿਸਤਾਨ ਵਾਸਤੇ ਬੜੀ ਅੱਛੀ ਗੱਲ ਹੈ, ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਇਸ ਸਾਰੇ ਸੁਲ੍ਹਾ ਦੇ ਮਾਮਲੇ ਦੇ ਵਿੱਚ ਇੱਕ ਬਿਹਤਰੀਨ ਕਿਰਦਾਰ ਅਦਾ ਕਰ ਰਿਹਾ। ਲੇਕਿਨ ਪਾਕਿਸਤਾਨ ਦਾ ਕਿਰਦਾਰ ਮੈਨੂੰ ਲੱਗਦਾ ਹੈ ਕਿ ਸਿਰਫ ਇੰਨਾ ਕਿ ਪੈਗਾਮ ਰਸਾਈ ਤੱਕ ਹੈ। ਲੇਕਿਨ ਪਾਕਿਸਤਾਨ ਇੱਕ ਇਤਨਾ ਮਜ਼ਬੂਤ ਮੁਲਕ ਹੈ, ਇਤਨਾ ਸਟਰੋਂਗ ਮੁਲਕ ਹੈ, ਪਾਕਿਸਤਾਨ ਦੇ ਕੋਲ ਅਲਹਮਦੁਲਿਲਾ ਸਾਰਾ ਕੁਛ ਹੈ। ਅਗਰ ਪਾਕਿਸਤਾਨ ਦੀ ਕਿਆਦਤ ਕਿਸੇ ਐਸੇ ਅੱਛੇ ਹੱਥਾਂ ਦੇ ਵਿੱਚ ਆ ਜਾਏ
ਤੇ ਪਾਕਿਸਤਾਨ ਨੂੰ ਹਕੀਕਤ ਗੱਲ ਹੈ ਤਰੱਕੀ ਤੋਂ ਕੋਈ ਨਹੀਂ ਰੋਕ ਸਕਦਾ। ਹੁਣ ਦੇਖੋ ਪਿੱਛੇ, ਕਿਉਂਕਿ ਪਾਕਿਸਤਾਨ ਫਿਲਹਾਲ IMF, ਅਮਰੀਕਾ ਇਹਨਾਂ ਦੇ ਹੀ ਕਰਮਾਂ ਤੇ ਚੱਲ ਰਿਹਾ, ਇਹਨਾਂ ਦੀ ਕਰਜ਼ਿਆਂ ਤੇ, ਇਹਨਾਂ ਦੀ ਇਮਦਾਦਾਂ ਤੇ ਚੱਲ ਰਿਹਾ। ਪਿਛਲੀ ਹੁਕੂਮਤ ਜਦੋਂ ਇਮਰਾਨ ਖਾਨ ਦੀ ਸੀ, ਉਹਨੇ ਐਬਸੋਲੂਟਲੀ ਨੋਟ ਜਦੋਂ ਕਿਹਾ ਸੀ, ਦੇਖੋ ਅੱਜ ਉਹਦੀ ਸਜ਼ਾ ਭੁਗਤ ਰਿਹਾ ਔਰ ਉਹ ਜੇਲ੍ਹ ਦੇ ਵਿੱਚ। ਔਰ ਸਾਡੇ ਐਜ਼ ਮੌਜੂਦਾ ਪ੍ਰਾਈਮ ਮਿਨਿਸਟਰ ਦਾ ਜਿਹੜਾ ਪਹਿਲਾ ਬਿਆਨ ਸੀ ਕਿ ਜਿੱਥੋਂ ਵੈਂਟੀਲੇਟਰ ਆਉਂਦਾ ਹੋਵੇ ਉਹਦੇ ਖਿਲਾਫ ਗੱਲ ਨਹੀਂ ਕੀਤੀ ਜਾ ਸਕਦੀ, ਉਹਨਾਂ ਦੇ ਖਿਲਾਫ ਅੱਗੇ ਬੋਲਣ ਦੀ ਜ਼ਰੂਰਤ ਵੀ ਨਹੀਂ ਕੀਤੀ ਜਾ ਸਕਦੀ। ਉਹ ਤੁਸੀਂ ਇਹ ਦੱਸੋ, ਉਹ ਅਮਰੀਕਾ ਦੀ ਮਰਜ਼ੀ ਤੋਂ ਬਗੈਰ ਕਿਸ ਤਰ੍ਹਾਂ ਚੱਲ ਸਕਦੇ ਨੇ? ਇਹ ਨਾਮੁਮਕਿਨ ਚੀਜ਼ ਹੈ। ਇੱਕ ਆਮ ਜਿਹਾ ਬੰਦਾ ਵੀ ਇਹ ਨਹੀਂ ਸੋਚ ਸਕਦਾ ਕਿ ਇਹ ਜਿਹੜੀ ਹਕੂਮਤ ਹੈ, ਮੌਜੂਦਾ ਹਕੂਮਤ ਹੈ, ਉਹ ਅਮਰੀਕਾ ਦੀ ਮਰਜ਼ੀ ਤੋਂ ਬਗੈਰ ਕੋਈ ਵੀ ਕੰਮ ਜਾਂ ਕੋਈ ਵੀ ਕਦਮ ਉਠਾ ਸਕੇ। ਮੈਂ ਉਮੀਦ ਕਰਨਾ ਕਿ ਪਾਕਿਸਤਾਨ ਦੀ, ਚਾਹੇ ਉਹ ਮੌਜੂਦਾ ਹਕੂਮਤ ਹੈ, ਚਾਹੇ ਕੋਈ ਹੋਰ ਆਉਣ ਵਾਲੀ ਹਕੂਮਤ ਹੈ, ਅੱਲਾ ਕਰੇ ਜਾਂ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਮਜ਼ਬੂਤ ਕਰ ਦੇ, ਇਹਨਾਂ ਦੇ ਅੰਦਰ ਇਸ ਤਰ੍ਹਾਂ ਦੀ ਅਸਾਬੀ ਤਾਕਤ ਅੱਲਾ ਪੈਦਾ ਕਰ ਦੇ ਕਿ ਇਹ ਖੁਦ ਮੁਖਤਾਰ ਹੋ ਜਾਣ, ਇਹ ਆਪਣੇ ਫੈਸਲੇ ਆਪ ਕਰਨ ਲੱਗ ਜਾਣ। ਕਿਉਂਕਿ ਸਾਡੇ ਕੋਲ ਜਿਹੜੀ ਅੱਲਾ ਨੇ ਜਿਹੜੀ ਅਮਾਨਤ ਦਿੱਤੀ ਨਾ ਤੁਹਾਨੂੰ, ਮੈਂ ਹਕੂਮਤ ਦੇ ਨਾਲ ਇਸ ਟਾਈਮ ਅਦਾਰਿਆਂ ਦੇ ਨਾਲ ਮੁਖਾਤਬ ਹਾਂ, ਕਿ ਅੱਲਾ ਨੇ ਜਿਹੜੀ ਤੁਹਾਨੂੰ ਜਿਸ ਚੀਜ਼ ਤੁਹਾਨੂੰ ਅਮਾਨਤ ਦੇ ਤੌਰ ਤੇ ਦਿੱਤੀ ਹੈ ਨਾ 2-4 ਸਾਲ 5 ਸਾਲਾਂ ਵਾਸਤੇ, ਕਿਉਂਕਿ ਹਕੂਮਤ ਇੰਨੇ ਸਾਲ ਹੀ ਰਹਿੰਦੀ ਤੁਹਾਡੀ ਸਾਰਿਆਂ ਦੀ, ਇਹ ਅਮਾਨਤ ਬਹੁਤ ਕੀਮਤੀ ਅਮਾਨਤ ਹੈ, ਇਹ ਬੜੀ ਤਾਕਤਵਰ ਅਮਾਨਤ ਹੈ। ਇਹ ਦੇਖੋ ਪਾਕਿਸਤਾਨ ਦੇ ਵਿੱਚ 4 ਸੀਜ਼ਨ ਵੈਦਰ ਹੈ। ਪਾਕਿਸਤਾਨ ਦੇ ਵਿੱਚ ਦੁਨੀਆ ਦੀ ਹਰ ਚੀਜ਼, ਮਦਨੀਆਂ ਤੋਂ ਲੈ ਕੇ ਫਲਾਂ ਤੋਂ ਲੈ ਕੇ ਖਾਣ ਦੀਆਂ ਚੀਜ਼ਾਂ, ਸਬਜ਼ੀਆਂ, ਹਰ ਚੀਜ਼ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਪਾਕਿਸਤਾਨ, ਅਗਰ ਦੁਨੀਆ ਪੂਰੀ 'ਚ ਕਹਿ ਤਾ ਜੇ, ਪਾਕਿਸਤਾਨ ਭੁੱਖਾ ਨਹੀਂ ਮਰ ਸਕਦਾ। ਪਾਕਿਸਤਾਨ ਭੁੱਖਾ ਨਹੀਂ ਮਰ ਸਕਦਾ। ਅੱਲਾ ਦੀ ਇਸ ਅਮਾਨਤ ਨੂੰ ਸੰਭਾਲ ਲਓ, ਅੱਲਾ ਦੀ ਇਸ ਅਮਾਨਤ ਨੂੰ ਉਸ ਤਰ੍ਹਾਂ ਲੈ ਕੇ ਚੱਲੋ ਜਿਸ ਤਰ੍ਹਾਂ ਅੱਲਾ ਚਾਹੁੰਦੇ ਨੇ, ਫਿਰ ਅੱਲਾ ਤੁਹਾਨੂੰ ਵੀ ਇੱਜ਼ਤਾਂ ਬਖਸ਼ਣਗੇ ਔਰ ਇਸ ਅਮਾਨਤ ਨੂੰ ਅੱਲਾ ਨੇ ਵੈਸੇ ਹੀ ਇੱਜ਼ਤਾਂ ਬਖਸ਼ੀਆਂ ਨੇ। ਔਰ ਦੇਖੋ ਕਿ ਕੁਦਰਤ ਮੌਕੇ ਕਿੰਨੇ ਦਿੰਦੀ ਹੈ, ਬਾਰ-ਬਾਰ ਦਿੰਦੀ ਹੈ, ਬਾਰ-ਬਾਰ ਦਿੰਦੀ ਹੈ। ਇਹਨਾਂ ਮੌਕਿਆਂ ਤੋਂ ਫਾਇਦਾ ਉਠਾ ਲਓ, ਤਜਾਰਤ ਦਾ ਹੱਬ ਪਾਕਿਸਤਾਨ ਨੂੰ ਬਣਾ ਲਓ। ਇਹ ਹੁਣ ਅਗਰ ਤੁਸੀਂ ਇਹਨੂੰ ਤਜਾਰਤ ਦਾ ਹੱਬ ਬਣਾ ਲਿਆ, ਫਿਰ ਦੁਨੀਆ ਦੀ ਕੋਈ ਤਾਕਤ, ਉਹ ਜਿਹੜੇ ਕਹਿੰਦੇ ਸੀ ਨਾ ਫੈਸਲੇ ਪਾਕਿਸਤਾਨ ਦੇ ਵਿੱਚ ਹੋਣਗੇ, ਹਕੀਕਤ ਗੱਲ ਉਹ ਟਾਈਮ ਬਹੁਤ ਨਜ਼ਦੀਕ ਹੈ। ਇਹਦੇ ਨਾਲ ਹੀ ਆਪਣਾ ਤੇ ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾ ਸੁਣਨ ਦੇ ਹਵਾਲੇ।